Hello everyone, welcome to Punjab Patwari Crash Course. I'm your agriculture faculty Manisha. ਅੱਜ ਆਪਾਂ ਗੱਲ ਕਰਾਂਗੇ ਐਗਰੀਕਲਚਰ ਦੇ ਨੈਕਸਟ ਪਾਰਟ ਦੀ, ਜੋ ਕਿ ਹੈ ਇਨਆਰਗੈਨਿਕ ਮੈਨਿਓਰਸ ਐਂਡ ਫਰਟੀਲਾਈਜ਼ਰਸ ਦਾ ਹੋਏਗਾ। ਲਾਸਟ ਟੌਪਿਕ ਜਿਹੜਾ ਆਪਾਂ ਕੀਤਾ ਕਵਰ, ਜਿਹਦੇ 'ਚ ਆਪਾਂ ਮੈਨਿਓਰਸ ਐਂਡ ਫਰਟੀਲਾਈਜ਼ਰਸ ਦੀ ਗੱਲ ਕੀਤੀ, ਆਰਗੈਨਿਕਲੀ ਔਰ ਗ੍ਰੀਨ ਮੈਨਿਓਰਿੰਗ ਕੀ ਹੁੰਦਾ, ਉਹਨਾਂ ਦੀ ਕਲਾਸੀਫਿਕੇਸ਼ਨ ਕਿੱਦਾਂ ਦੀ ਹੈ, ਉਹਨਾਂ ਦੇ ਕੀ ਕ੍ਰਾਈਟੇਰੀਆ ਹੋਏਗਾ, ਸਾਰੀ ਆਪਾਂ ਗੱਲ ਕੀਤੀ। ਆਈ ਹੋਪ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਗਿਆ ਹੋਏਗਾ। ਔਰ ਨੈਕਸਟ ਆਪਾਂ ਦਾ ਟੌਪਿਕ ਕਰਦੇ ਹਾਂ ਇਨਆਰਗੈਨਿਕ ਮੈਨਿਓਰਸ ਐਂਡ ਫਰਟੀਲਾਈਜ਼ਰਸ। ਦੇਖੋ ਇਨਆਰਗੈਨਿਕ ਦੇ ਵਿੱਚ ਕੀ ਹੁੰਦਾ, ਇਹ ਕੈਮੀਕਲੀ ਪ੍ਰੀਪੇਅਰਡ ਹੁੰਦੇ ਆ, ਠੀਕ ਹੈ। ਇਹ ਇੰਡਸਟਰੀਅਲੀ ਪ੍ਰੀਪੇਅਰ ਹੁੰਦੇ ਆ, ਇਹਦੇ ਵਿੱਚ ਕੈਮੀਕਲਸ ਹੁੰਦੇ ਆ। ਉਹ ਔਰਗੈਨਿਕਲੀ ਪ੍ਰੀਪੇਅਰ ਸੀ, ਔਰਗੈਨਿਕ ਮੈਟਰ ਸੀ ਸਾਰਾ। ਔਰ ਇਹਦੇ ਵਿੱਚ ਬਹੁਤ ਸਾਰੇ ਕੈਮੀਕਲਸ ਦੇ ਰਿਲੇਟਿਡ ਹੋਣਗੇ, ਜੋ ਆਪਾਂ ਨੂੰ ਆਪਣੇ ਲਈ ਇੰਪੋਰਟੈਂਟ ਆਪਾਂ ਜ਼ਰੂਰ ਉਹ ਕਰਾਂਗੇ, ਜਿੰਨੇ ਤੁਹਾਨੂੰ ਤੁਸੀਂ ਗ੍ਰੈਬ ਕਰ ਸਕੋ ਬੈਸਟ ਆ। ਪਰ ਅਗਰ ਕੋਈ ਕੈਮੀਕਲਸ ਜਿੱਦਾਂ ਦੇ ਨਾਮ ਤੁਹਾਨੂੰ ਬਾਈ ਡਿਫੋਲਟ ਯਾਦ ਰੱਖਣੇ ਪੈਣਗੇ। ਪਰ ਇੱਦਾਂ ਕਿ ਜੇ ਤੁਹਾਨੂੰ ਕੋਈ ਨਾਮ ਨਹੀਂ ਵੀ ਯਾਦ ਹੁੰਦੇ ਕੈਮੀਕਲਸ ਦੇ, ਕਈ ਵਾਰ ਡਿਫੀਕਲਟ ਹੁੰਦੇ ਆ, ਤਾਂ ਤੁਸੀਂ ਐ ਨਹੀਂ ਕਿ ਤੁਸੀਂ ਉਹਨੂੰ ਰੱਟਾ ਮਾਰਨਾ, ਤੁਸੀਂ ਐਸ ਗੋ ਥਰੂ ਕਰਨਾ। ਬਹੁਤ ਜ਼ਿਆਦਾ ਔਖਾ ਨਹੀਂ ਆਏਗਾ ਪਟਵਾਰੀ ਦੇ ਪੇਪਰ 'ਚ, ਇਹ ਚੀਜ਼ ਯਾਦ ਰੱਖਣਾ। ਔਰ ਜੋ ਜਿੰਨਾ ਤੁਸੀਂ ਮੈਕਸੀਮਮ ਹੁਣ ਗ੍ਰੈਬ ਕਰ ਸਕੋ ਲੈਕਚਰਸ ਕਰਨ ਦੀ ਕੋਸ਼ਿਸ਼ ਕਰਨੀ ਆ। ਬਾਕੀ ਤੁਸੀਂ ਦੁਬਾਰਾ ਗੋ ਥਰੂ ਕਰਨਾ, ਉਹਨੂੰ ਰੀਡ ਆਊਟ ਕਰਨਾ ਅੱਛੀ ਤਰ੍ਹਾਂ, ਜੋ ਤੁਹਾਨੂੰ PDFs ਮਿਲਣਗੀਆਂ। ਸੋ ਸਟੂਡੈਂਟਸ ਆਪਾਂ ਆਪਦੇ ਲੈਕਚਰ ਵੱਲ ਜਾਂਦੇ ਹਾਂ। ਇਹਦੇ 'ਚ ਬਹੁਤ ਸਾਰੇ ਕੁਛ ਬਾਈ ਡਿਫੋਲਟ ਪੁਆਇੰਟਸ ਹੋਣਗੇ, ਪਰ ਜੋ ਇੰਪੋਰਟੈਂਟ ਹੋ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੂँਗੀ, ਤਾਂ ਕਿ ਤੁਸੀਂ ਉਹ ਚੀਜ਼ਾਂ ਤਾਂ ਪਹਿਲਾਂ ਯਾਦ ਰੱਖਣੀਆਂ ਹੀ ਹੈ, ਠੀਕ ਹੈ। ਫਿਰ ਆਪਾਂ ਜਿੱਦਾਂ ਆਪਾਂ ਨੂੰ ਆ ਜਾਏਗਾ ਬਾਏ ਦੀ ਵਾਈ ਆਪਾਂ ਕਰੀ ਜਾਏਂਗੇ। ਦੇਖੋ ਆਪਣਾ ਟੌਪਿਕ ਇਨਆਰਗੈਨਿਕ ਮੈਨਿਓਰਸ ਐਂਡ ਫਰਟੀਲਾਈਜ਼ਰਸ, ਜੋ ਇਨਆਰਗੈਨਿਕ ਤਰੀਕੇ ਨਾਲ ਬਣਦੇ ਆ, ਠੀਕ ਹੈ। ਇੰਡਸਟਰੀਅਲ ਆ, ਕੈਮੀਕਲਸ ਦੇ ਨਾਲ ਬਣਦੇ ਆ। ਆਪਣੇ ਪੰਜਾਬ 'ਚ ਜਿਹੜਾ ਯੂਜ਼ ਹੁੰਦਾ ਉਹ ਕਿਹੜੇ ਹੁੰਦੇ ਆ ਪਹਿਲਾਂ ਦੱਸਦੀ ਹਾਂ। ਦੇਖੋ ਜਿਹੜਾ ਨਾਈਟ੍ਰੋਜਨ ਆਪਾਂ ਨੂੰ ਪਤਾ ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼, ਠੀਕ ਹੈ। NPK ਜਿਹਨੂੰ ਕਹਿੰਦੇ ਆ, ਨਾਈਟ੍ਰੋਜਨ, ਫੋਸਫੋਰਸ ਅਤੇ ਪੋਟਾਸ਼। ਆ ਤਿੰਨ ਜਿਹੜੇ ਆ ਆਪਾਂ ਨੂੰ ਚਾਹੀਦੇ ਹੁੰਦੇ ਆ, ਮੈਕਰੋਨਿਊਟਰੈਂਟਸ ਦੇ ਵਿੱਚ ਆਉਂਦੇ ਆ। ਇਹ ਮੈਕਰੋਨਿਊਟਰੈਂਟਸ ਆ, ਇਹ ਜ਼ਿਆਦਾ ਅਮਾਊਂਟ ਦੇ ਵਿੱਚ ਚਾਹੀਦੇ ਹੁੰਦੇ ਆ, ਤਾਂ ਇਹਦੇ ਲਈ ਆਪਾਂ ਅਪਲਾਈ ਕਰਦੇ ਹਾਂ। ਜਿਹੜਾ ਨਾਈਟ੍ਰੋਜਨ ਹੈ ਉਹਨੂੰ ਅਪਲਾਈ ਕਰਨ ਵਾਸਤੇ ਆਪਾਂ ਯੂਰੀਆ ਅਪਲਾਈ ਕਰਦੇ ਹਾਂ। ਔਰ ਉਹਦੇ ਵਿੱਚ ਜਿਹੜੀ ਹੈ 46% ਜਿਹੜੀ ਹੈ ਨਾਈਟ੍ਰੋਜਨ ਹੁੰਦੀ ਹੈ। ਪਲੀਜ਼ ਨੋਟ ਡਾਊਨ, ਇਹਨੂੰ ਨੋਟ ਕਰਨਾ। ਨਾਈਟ੍ਰੋਜਨ ਲਈ ਆਪਾਂ ਯੂਰੀਆ ਅਪਲਾਈ ਕਰਦੇ ਹਾਂ, 46% ਨਾਈਟ੍ਰੋਜਨ ਹੁੰਦੀ ਆ। ਆਪਾਂ ਇਹ ਰਾਈਸ ਦੇ ਵਿੱਚ ਯੂਰੀਆ ਅਪਲਾਈ ਨਹੀਂ ਕਰਦੇ ਨਾਈਟ੍ਰੋਜਨ, ਉਹਦੇ 'ਚ ਅਮੋਨੀਕਲ ਫਰਟੀਲਾਈਜ਼ਰਸ ਹੁੰਦੇ ਆ। ਬਾਕੀ ਸਾਰੇ ਕ੍ਰੌਪਸ 'ਚ ਮੇਨਲੀ ਯੂਰੀਆ ਹੀ ਅਪਲਾਈ ਹੁੰਦਾ ਨਾਈਟ੍ਰੋਜਨ ਵਾਸਤੇ, ਜਿਸ 'ਚ 46% ਨਾਈਟ੍ਰੋਜਨ ਮਿਲੇਗੀ, ਠੀਕ ਹੈ। ਨੈਕਸਟ ਫੋਸਫੋਰਸ। ਫੋਸਫੋਰਸ ਲਈ ਕੀ ਅਪਲਾਈ ਕਰਦੇ ਹਾਂ, ਦੈਟ ਇਜ਼ P2O5, ਠੀਕ ਹੈ। ਫੋਸਫੋਰਸ ਲਈ ਆਪਾਂ ਅਪਲਾਈ ਕਰਦੇ ਹਾਂ, ਦੈਟ ਇਜ਼ DAP, ਠੀਕ ਹੈ। DAP ਆਪਾਂ ਅਪਲਾਈ ਕਰਦੇ, ਤੁਸੀਂ ਸੁਣਿਆ ਹੋਊਗਾ ਫਾਰਮਰਸ ਕਹਿੰਦੇ ਹੁੰਦੇ ਕਿ DAP ਪਾਉਣੀ ਹੈ ਫਸਲ ਨੂੰ, ਠੀਕ ਹੈ। SSP ਪਾਉਣੀ ਹੈ ਜਾਂ ਯੂਰੀਆ ਪਾਉਣਾ, ਠੀਕ ਹੈ, ਇੱਦਾਂ ਬੋਲਦੇ ਆ। ਜਾਂ ਮਿਊਰੇਟ ਆਫ ਪੋਟਾਸ਼ ਪਾਉਣਾ, ਪੋਟਾਸ਼ ਵੀ ਬੋਲਦੇ ਆ ਸਿੰਪਲ। ਤਾਂ ਜਿਹੜਾ ਆਪਾਂ ਫੋਸਫੋਰਸ ਪਾਉਣਾ ਉਹ ਆਪਾਂ DAP ਦੇ ਥਰੂ ਪਾਉਂਦੇ ਹਾਂ, ਠੀਕ ਹੈ। ਉਹਦੇ 'ਚ ਕੀ ਕੰਪੋਜੀਸ਼ਨ ਹੁੰਦੀ ਹੈ, ਦੇਖੋ 46% P2O5 ਐਂਡ 18% ਨਾਈਟ੍ਰੋਜਨ, ਠੀਕ ਹੈ। 18% ਨਾਈਟ੍ਰੋਜਨ ਹੋਏਗਾ, 46% ਜਿਹੜਾ ਫੋਸਫੋਰਸ ਹੋਏਗਾ। ਜੇ ਤੁਸੀਂ ਫੋਸਫੋਰਸ ਲਈ ਪਾਣੇ ਤਾਂ P2O5 ਆਪਾਂ DAP ਦੇ ਥਰੂ ਪਾਵਾਂਗੇ, ਇਹ ਨਾਈਟ੍ਰੋਜਨ ਵੀ ਦੇ ਦੇਗਾ ਔਰ ਫੋਸਫੋਰਸ ਵੀ ਦੇ ਦੇਗਾ। ਨੈਕਸਟ SSP। ਨੈਕਸਟ ਕੀ ਹੁੰਦਾ, SSP ਹੁੰਦੀ ਹੈ, ਉਹ ਕਾਹਦੇ ਵਾਸਤੇ ਅਪਲਾਈ ਕਰਦੇ ਹਾਂ ਸਟੂਡੈਂਟਸ। ਕਈਆਂ ਦੇ ਵਿੱਚ ਨਾ ਆਪਾਂ ਇਹ ਫੋਸਫੋਰਸ ਵਾਸਤੇ ਹੀ ਕਰਦੇ ਹਾਂ, ਆਪਾਂ DAP ਨਹੀਂ ਪਾ ਸਕਦੇ ਕਈਆਂ 'ਚ, ਠੀਕ ਹੈ। ਜਿਵੇਂ ਗਰਾਊਂਡਨਟ ਵਗੈਰਾ ਹੁੰਦੀ ਹੈ, ਉਹਦੇ 'ਚ ਆਪਾਂ DAP ਨਹੀਂ ਪਾਉਂਦੇ, SSP ਕਿਉਂ ਪਾਉਂਦੇ ਹਾਂ, ਕਿਉਂਕਿ ਜਿਹੜੀ ਗਰਾਊਂਡਨਟ ਹੁੰਦੀ ਆ ਉਹਨੂੰ ਕੈਲਸ਼ੀਅਮ ਅਤੇ ਸਲਫਰ ਵਗੈਰਾ ਚਾਹੀਦਾ ਹੁੰਦਾ। ਅਤੇ ਆਪਾਂ ਇਹ ਹੈਗਾ ਕਿਉਂਕਿ SSP ਦੇ ਵਿੱਚ ਕੈਲਸ਼ੀਅਮ ਵੀ ਹੈ, ਸਲਫਰ ਵੀ ਹੈ ਔਰ ਫੋਸਫੋਰਸ ਵੀ ਹੈ। ਤਾਂ ਇਸ ਕਰਕੇ ਆਪਾਂ ਫੋਸਫੋਰਸ ਕਹਿੰਦੇ ਅਪਲਾਈ ਕਰਨੀ ਹੈ, ਤਾਂ ਆਪਾਂ ਅਲੱਗ ਤੋਂ ਕੈਲਸ਼ੀਅਮ ਸਲਫਰ ਕਿਉਂ ਅਪਲਾਈ ਕਰੀਏ, ਤਾਂ ਆਪਾਂ SSP ਦੇ ਥਰੂ ਪਾ ਦਾਂਗੇ, ਜਿਹਦੇ 'ਚ ਕੈਲਸ਼ੀਅਮ ਸਲਫਰ ਫੋਸਫੋਰਸ ਤਿੰਨੇ ਆ ਜਾਂਦੇ ਆ। ਅਤੇ DAP ਨੂੰ ਇਹ ਅਲਟਰਨੇਟਿਵ ਹੈ ਕਿਆ, SSP ਪਾਉਂਦੇ ਆ। ਇਹਦੀ ਕੀ ਕੰਪੋਜੀਸ਼ਨ ਹੈ, ਦੇਖੋ 16% P2O5 ਹੋਏਗਾ, ਠੀਕ ਹੈ। P2O5 16% ਹੋਏਗਾ, 12% ਸਲਫਰ ਹੋਏਗੀ ਅਤੇ 19% ਕੈਲਸ਼ੀਅਮ ਹੋਏਗਾ, ਠੀਕ ਹੈ।
16 12 ਤੇ 19 ਦੇ ਚਾਵਲੀ ਕੰਪੋਜੀਸ਼ਨ ਹੁੰਦੀ ਹੈ P2O5 ਸਲਫਰ ਤੇ ਕੈਲਸ਼ੀਅਮ SSP ਦੇ ਥਰੂ। ਔਰ ਇੱਕ DAP ਪਾਉਂਦੇ ਆ। DAP ਦੇ ਵਿੱਚ ਕੀ ਹੁੰਦਾ, ਕੀ ਦਿੰਦਾ, ਪੋਟਾਸ਼ ਦਿੰਦਾ। DAP ਪੋਟਾਸ਼ ਦਿੰਦਾ। ਔਰ ਜਿਹੜੀ ਪੋਟਾਸ਼ ਹੈ ਕਿੰਨੇ ਪਰਸੈਂਟ, 60%, ਸੋਰੀ DAP MOP ਠੀਕ ਹੈ। ਪੋਟਾਸ਼ ਵਿੱਚ ਚਲੋ ਆਪਾਂ ਨੈਕਸਟ ਸਲਾਈਡ 'ਤੇ ਹੀ ਕਰਦੇ ਹਾਂ। ਵੇਟ, ਫੋਸਫੋਰਸ ਪਤਾ ਲੱਗ ਗਿਆ। ਜਿਹੜਾ ਆਪਾਂ ਪਾਉਣਾ ਥਰਡ, ਪੋਟਾਸ਼ ਠੀਕ ਹੈ। ਪੋਟਾਸ਼ ਨਾਈਟ੍ਰੋਜਨ, ਫੋਸਫੋਰਸ ਨਾਈਟ੍ਰੋਜਨ ਯੂਰੀਆ ਤੋਂ, ਫੋਸਫੋਰਸ DAP ਤੇ SSP ਤੋਂ। ਨੈਕਸਟ ਹੈ ਪੋਟਾਸ਼। ਪੋਟਾਸ਼ ਕਿੱਥੋਂ ਪਾਉਣਾ, MOP ਤੋਂ ਪਾਉਣਾ ਪੋਟਾਸ਼। MOP ਪੋਟਾਸ਼ ਤੋਂ ਪੈਂਦਾ। ਔਰ ਇਹਦੀ ਕੰਪੋਜੀਸ਼ਨ ਕੀ ਹੈ, ਇਹਦੇ 'ਚ 60% ਪੋਟਾਸ਼ ਹੁੰਦਾ ਠੀਕ ਹੈ। ਇਹਦੀ ਕੰਪੋਜੀਸ਼ਨ 60% ਪੋਟਾਸ਼ ਹੁੰਦਾ। MOP ਮਿਊਰੇਟ ਆਫ ਪੋਟਾਸ਼ 'ਚ। ਇਹ ਮੇਨਲੀ ਆਪਾਂ ਆਹੀ ਪਾਇਆ ਜਾਂਦਾ ਪੋਟਾਸ਼ ਵਾਸਤੇ। DAP ਪਾਈ ਜਾਂਦੀ ਹੈ ਫੋਸਫੋਰਸ ਵਾਸਤੇ, ਔਰ ਯੂਰੀਆ ਪਾਇਆ ਜਾਂਦਾ ਨਾਈਟ੍ਰੋਜਨ ਵਾਸਤੇ, ਅਤੇ MOP ਜਿਹੜਾ ਪਾਇਆ ਜਾਂਦਾ ਮਿਊਰੇਟ ਆਫ ਪੋਟਾਸ਼ ਪੋਟਾਸ਼ੀਅਮ ਵਾਸਤੇ ਠੀਕ ਹੈ। ਚੀਜ਼ ਯਾਦ ਰੱਖਣੀ ਆ। ਨੈਕਸਟ ਸਟੂਡੈਂਟਸ, ਜਿਹੜੇ ਆਪਾਂ NPK ਪਾਉਂਦੇ ਹਾਂ, ਦੇਖੋ ਅਨਨੋਨ ਐਂਡ ਸਟੋਰਡ ਨੇ ਨਾ, ਜਿਹੜੇ ਪਲਾਂਟ ਨਿਊਟ੍ਰੀਐਂਟਸ ਐਡ ਕਰਦੇ ਹਾਂ ਆਪਾਂ ਠੀਕ ਹੈ, ਮਨਿਊਰਸ ਫਰਟੀਲਾਈਜ਼ਰਸ ਤੋਂ ਐਡ ਕਰਦੇ ਹਾਂ। ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਟੋਟਲ 16 ਦੇ ਵਿੱਚ ਕਲਾਸੀਫਾਈ ਕੀਤਾ ਸੀ ਠੀਕ ਹੈ। 16 ਦੇ ਵਿੱਚ ਕਲਾਸੀਫਾਈ ਕੀਤਾ ਸੀ ਇਹਨਾਂ ਨੂੰ। ਕੁਛ ਹੁੰਦੇ ਆ ਮੈਕਰੋ, ਕੁਛ ਹੁੰਦੇ ਆ ਮਾਈਕਰੋ ਠੀਕ ਹੈ। ਮੈਕਰੋ ਅਤੇ ਮਾਈਕਰੋ ਦੋ ਤਰ੍ਹਾਂ ਦੇ ਪਲਾਂਟ ਨਿਊਟ੍ਰੀਐਂਟਸ ਜਿਹੜੇ ਆ ਚਾਹੀਦੇ ਹੁੰਦੇ ਆ। ਇਹ ਲਾਰਜ ਕੁਆਂਟਿਟੀ 'ਚ ਚਾਹੀਦੇ ਹੁੰਦੇ ਤਾਂ ਨਾਮ ਮੈਕਰੋ ਰੱਖਿਆ। ਇਹ ਸਮਾਲ ਕੁਆਂਟਿਟੀ 'ਚ ਚਾਹੀਦੇ ਹੁੰਦੇ ਉਹਨਾਂ ਨਾਮ ਮਾਈਕਰੋ ਰੱਖਿਆ ਠੀਕ ਹੈ। ਮੈਕਰੋ ਐਂਡ ਮਾਈਕਰੋ, ਕਿਉਂਕਿ ਇਹ ਨਾਮ ਤੋਂ ਕਲੀਅਰ ਹੈ, ਕੁਛ ਲਾਰਜ ਕੁਆਂਟਿਟੀ 'ਚ ਚਾਹੀਦੇ ਆ, ਕੁਛ ਘੱਟ ਕੁਆਂਟਿਟੀ 'ਚ ਚਾਹੀਦੇ ਆ, ਦੈਟ ਇਜ਼ ਕਲਾਸੀਫਾਈਡ। ਇਹ ਅਰਨੋਨ ਐਂਡ ਸਟੋਰਟ ਨੇ ਕਲਾਸੀਫਿਕੇਸ਼ਨ ਦਿੱਤੀ ਸੀ ਅਸੈਂਸ਼ੀਅਲ ਨਿਊਟ੍ਰੀਐਂਟਸ ਦੀ, ਕਿ ਅਸੈਂਸ਼ੀਅਲ ਨਿਊਟ੍ਰੀਐਂਟਸ 16 ਚਾਹੀਦੇ ਆ। ਕੁਛ ਮੈਕਰੋ ਹੈ ਜ਼ਿਆਦਾ ਕੁਆਂਟਿਟੀ ਚਾਹੀਦੀ ਹੈ, ਕੁਛ ਮਾਈਕਰੋ ਹੈ ਘੱਟ ਕੁਆਂਟਿਟੀ ਚਾਹੀਦੀ ਹੈ। ਮੈਕਰੋ ਦੇ ਵਿੱਚ ਆਉਂਦਾ ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਫੋਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਐਂਡ ਸਲਫਰ। ਨੋਟ ਡਾਊਨ ਕਰੋ, ਆਹ 9 ਜਿਹੜੇ ਹੈਗੇ ਆ ਮੈਕਰੋ 'ਚ ਆ ਜਾਂਦੇ। ਬਾਕੀ ਦੇ ਜਿਹੜੇ 7 ਹੋਣਗੇ ਕਾਹਦੇ 'ਚ ਆਉਣਗੇ, ਮਾਈਕਰੋ 'ਚ। ਉਹਦੇ 'ਚ ਕਿਹੜੇ ਆਉਣਗੇ, ਆਇਰਨ, ਜ਼ਿੰਕ, ਕਾਪਰ, ਮੋਲਿਬਡੇਨਮ, ਮੈਂਗਨੀਜ਼, ਬੋਰਨ ਐਂਡ ਕਲੋਰਾਈਡ ਠੀਕ ਹੈ। ਇਹ ਮਾਈਕਰੋ ਦੇ ਅੰਡਰ ਆਉਂਦੇ ਆ। ਕੁਛ ਮੈਕਰੋ ਦੇ ਅੰਡਰ ਆਉਂਦੇ ਆ, ਕੁਛ ਮਾਈਕਰੋ ਦੇ ਅੰਡਰ ਆਉਂਦੇ ਆ। ਤਾਂ ਇੱਦਾਂ ਆਪਾਂ ਇਹਨੂੰ ਕਲਾਸੀਫਾਈ ਕਰ ਦਾਂਗੇ। ਪਲੀਜ਼ ਨੋਟ ਡਾਊਨ ਫਾਸਟ ਗਾਈਜ਼। ਅਰਨੋਨ ਐਂਡ ਸਟੋਰਟ ਨੇ ਕਲਾਸੀਫਿਕੇਸ਼ਨ ਦਿੱਤੀ ਸੀ, ਕਾਰਬਨ, ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ, ਫੋਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ ਮੈਕਰੋਜ਼, ਮਾਈਕਰੋਜ਼ ਜ਼ਿੰਕ, ਆਇਰਨ, ਕਾਪਰ, ਮੋਲਿਬਡੇਨਮ, ਮੈਂਗਨੀਜ਼, ਬੋਰਨ ਐਂਡ ਕਲੋਰਾਈਡ। ਆਪਾਂ ਆਪਣੇ ਟੌਪਿਕ ਵੱਲ ਵਧਦੇ ਹਾਂ। ਇਨਆਰਗੈਨਿਕ ਮਨਿਊਰਸ ਐਂਡ ਫਰਟੀਲਾਈਜ਼ਰਸ ਕਿਹੜੇ ਹੁੰਦੇ ਆ, ਦੇਖੋ ਇਹਨੂੰ ਆਪਾਂ ਕਲਾਸੀਫਾਈ ਕਰਾਂਗੇ ਇੱਦਾਂ ਕਿ ਸਟ੍ਰੇਟ ਫਰਟੀਲਾਈਜ਼ਰਸ ਠੀਕ ਹੈ। ਸਟ੍ਰੇਟ ਫਰਟੀਲਾਈਜ਼ਰਸ ਕਿਹੜੇ ਹੁੰਦੇ ਆ, ਕਿ ਇਹ ਆਪਾਂ ਇੱਦਾਂ ਦੇ ਹੁੰਦੇ ਆ ਕਿ ਦੋਜ਼ ਆਰ ਸਪਲਾਈ ਓਨਲੀ ਵਨ ਪ੍ਰਾਇਮਰੀ ਪਲਾਂਟ ਨਿਊਟ੍ਰੀਐਂਟ। ਇੱਕੋ ਹੀ ਪ੍ਰਾਇਮਰੀ ਪਲਾਂਟ ਨਿਊਟ੍ਰੀਐਂਟ ਦੇ ਵਿੱਚ ਕਿਹੜਾ ਆ ਗਿਆ, NPK ਆ ਗਿਆ। ਇੱਕ ਟਾਈਮ 'ਤੇ ਸਟ੍ਰੇਟ ਫਰਟੀਲਾਈਜ਼ਰ ਸਿਰਫ ਇੱਕੋ ਹੀ ਦੇਊਗਾ, N ਜਾਂ P ਜਾਂ K ਠੀਕ ਹੈ। ਇਹ NPK ਵਾਸਤੇ ਇੱਕ ਹੀ ਨਿਊਟ੍ਰੀਐਂਟ ਪ੍ਰੋਵਾਈਡ ਕਰਦਾ, ਡਿਪੈਂਡ ਕਰਦਾ ਕਿ ਨਿਊਟ੍ਰੀਐਂਟ ਕਿੱਦਾਂ ਦਾ ਪ੍ਰੈਜ਼ੈਂਟ ਹੈ ਆਪਣੇ ਫਰਟੀਲਾਈਜ਼ਰਸ ਦੇ ਵਿੱਚ, ਉਹਨੂੰ ਕਲਾਸੀਫਾਈ। ਪਹਿਲਾਂ ਹੈਗੇ ਨਾਈਟ੍ਰੋਜੀਨੀਅਸ ਫਰਟੀਲਾਈਜ਼ਰਸ, ਜਿਹੜਾ ਹੈ ਨਾਈਟ੍ਰੋਜਨ ਪ੍ਰੋਵਾਈਡ ਕਰੂਗਾ। ਦੀਜ਼ ਆਰ ਦੋਜ਼ ਵਿਚ ਕੰਟੇਨ ਐਂਡ ਸਪਲਾਈ ਓਨਲੀ ਨਾਈਟ੍ਰੋਜਨ ਸਪਲਾਈ ਕਰੂਗਾ। ਐਂਡ are those fertilizers which are sold for the and content nitrogen content ਵਾਸਤੇ and manufactured as for the commercial scale ਵਾਸਤੇ। ਇਹਦੇ 'ਚ ਨਾਈਟ੍ਰੇਟ ਫੋਮ ਆ ਜਾਂਦੀ ਹੈ NO3, ਅਮੋਨੀਕਲ ਫੋਮ ਆ ਜਾਂਦੀ ਹੈ NO3। ਇਹਦੇ 'ਚ ਕਿਹੜੇ ਆਉਂਦੇ ਨਾਈਟ੍ਰੇਟ ਫੋਮ ਵਾਲੇ, ਸੋਡੀਅਮ ਨਾਈਟ੍ਰੇਟ ਆ ਗਿਆ, ਕੈਲਸ਼ੀਅਮ ਨਾਈਟ੍ਰੇਟ ਆ ਗਿਆ, ਪੋਟਾਸ਼ੀਅਮ ਨਾਈਟ੍ਰੇਟ ਆ ਗਿਆ, ਐਂਡ ਇਰੇਟ ਆਫ ਸੋਡਾ ਪੋਟਾਸ਼ ਆ ਗਿਆ। ਐਂਡ ਅਮੋਨੀਕਲ ਫੋਮਸ ਵਿੱਚ ਅਮੋਨੀਅਮ ਸਲਫੇਟ, ਅਮੋਨੀਅਮ ਕਲੋਰਾਈਡ, ਅਮੋਨੀਅਮ ਐਨਹਾਈਡਰਸ। ਨੈਕਸਟ ਨਾਈਟ੍ਰੇਟ ਐਂਡ ਅਮੋਨੀਕਲ ਫੋਮ ਠੀਕ ਹੈ। ਇਹ ਨਾਈਟ੍ਰੇਟ ਅਤੇ ਅਮੋਨੀਕਲ ਦੋਵੇਂ ਫੋਮ 'ਚ ਹੋਣਗੀਆਂ। ਅਮੋਨੀਅਮ ਨਾਈਟ੍ਰੇਟ ਕੈਲਸ਼ੀਅਮ, ਅਮੋਨੀਅਮ ਨਾਈਟ੍ਰੇਟ, ਅਮੋਨੀਅਮ ਸਲਫੇਟ ਨਾਈਟ੍ਰੇਟ।
ਤੇ ਅਮਾਈਡ ਫੋਮ ਦੇ ਵਿੱਚ ਕਿਹੜਾ ਹੁੰਦਾ ਹੈ, ਕੈਲਸ਼ੀਅਮ ਸਾਇਮਾਈਡ ਯੂਰੀਆ ਹੋ ਗਿਆ, ਸਲਫਰ ਕੋਟਡ ਯੂਰੀਆ ਹੋ ਗਿਆ। ਅਮਾਈਡ ਫੋਮ ਦੇ ਵਿੱਚ ਜਿਹੜਾ ਹੁੰਦਾ ਕਿਹੜਾ ਆਉਂਦਾ, ਯੂਰੀਆ ਆਉਂਦਾ। ਐਜ਼ ਯੂ ਨੋ ਆਲ ਯੂਰੀਆ ਕੀ ਹੁੰਦਾ, ਠੀਕ ਹੈ। ਅੱਗੇ ਹੈਗਾ ਫੋਸਫੈਟਿਕ ਫਰਟੀਲਾਈਜ਼ਰਸ। ਫੋਸਫੈਟਿਕ ਫਰਟੀਲਾਈਜ਼ਰਸ ਕਿਹੜੇ ਹੁੰਦੇ ਆ, these are those which contain and supply only the phosphorus। ਇਹ phosphorus supply ਕਰਦੇ ਆ। phosphorus content in fertilizers is expressed as oxidized form ਦੇ ਵਿੱਚ ਹੁੰਦਾ and phosphorus peroxide। ਇਹਦੇ 'ਚ ਇੱਦਾਂ ਕਹਿ ਰਿਹਾ ਕਿ ਜਿਹੜਾ ਫੋਸਫੋਰਸ ਕੰਟੈਂਟ ਹੋਊਗਾ ਨਾ ਫਰਟੀਲਾਈਜ਼ਰਸ, ਉਹ ਫਰਟੀਲਾਈਜ਼ਰ ਦੇ ਵਿੱਚ ਤਾਂ ਆਕਸੀਡਾਈਜ਼ਡ ਫੋਰਮ 'ਚ ਹੋਊਗਾ, ਫੋਸਫੋਰਸ ਪੈਂਟੋਕਸਾਈਡ ਦੀ ਫੋਰਮ ਦੇ ਵਿੱਚ, ਠੀਕ ਹੈ। ਅਤੇ ਜੇ ਆਪਾਂ ਸੋਇਲ ਦੇ ਵਿੱਚ ਜਾਂ ਪਲਾਂਟ ਦੇ ਵਿੱਚ ਕਹਿ ਦਾਂਗੇ ਤਾਂ ਐਲੀਮੈਂਟਲ ਫੋਰਮ ਦੇ ਵਿੱਚ ਹੋਊਗਾ, ਪੀ ਦੀ ਫੋਰਮ ਦੇ ਵਿੱਚ, ਠੀਕ ਹੈ, ਪੀ ਦੀ ਫੋਰਮ ਦੇ ਵਿੱਚ। ਇਹਨਾਂ ਦਾ ਕਨਵਰਸ਼ਨ ਫੈਕਟਰਸ ਹੁੰਦੇ ਆ ਕਿ ਉਹ ਕਨਵਰਟ ਕਰ ਦਿੰਦੇ ਆ ਐਲੀਮੈਂਟਲ ਤੋਂ ਆਕਸੀਡਾਈਜ਼ਡ ਫੋਰਮ ਕਨਵਰਟ ਕਰ ਦਿੰਦੇ ਆ, ਜਾਂ ਵਾਈਸ ਵਰਸਾ 2.29 ਅਤੇ 0.43 ਰਿਸਪੈਕਟਿਵਲੀ। ਇਹਨੂੰ ਕਲਾਸੀਫਾਈ ਕਰ ਸਕਦੇ ਹੋ 3 ਗਰੁੱਪਸ ਦੇ ਵਿੱਚ, ਡਿਪੈਂਡ ਕਰਦਾ ਕਿ ਕਿੱਦਾਂ ਦੀ ਕਰੋਪ ਆ ਜਾਂ ਉਹਦੀ ਕਿੰਨੀ ਸੋਲੂਬਿਲਿਟੀ ਹੈ, ਠੀਕ ਹੈ। ਵਾਟਰ ਸੋਲੂਬਲ ਫੋਸਫੋਰਿਕ ਐਸਿਡ ਹੁੰਦਾ, ਸਿਟਰਿਕ ਐਸਿਡ ਸੋਲੂਬਲ ਫੋਸਫੋਰਿਕ ਐਸਿਡ ਹੁੰਦਾ। ਨੈਕਸਟ ਆਪਾਂ ਦੇਖਾਂਗੇ ਫਸਟ ਵਾਟਰ ਸੋਲੂਬਲ ਆ। ਇੱਦਾਂ ਦੇ ਫਰਟੀਲਾਈਜ਼ਰਸ ਅਵੇਲੇਬਲ ਹੁੰਦੇ ਆ ਫੋਰਮ ਆਫ ਮੋਨੋ ਕੈਲਸ਼ੀਅਮ ਫੋਸਫੇਟ ਦੀ ਫੋਰਮ 'ਚ, ਅਮੋਨੀਅਮ ਫੋਸਫੇਟ ਜਿਸ SSP ਆਉਂਦਾ। ਸਿੰਗਲ ਸੁਪਰ ਫੋਸਫੇਟ ਕੀ ਹੈ, SSP ਹੈ। ਡਬਲ ਸੁਪਰ ਫੋਸਫੇਟ ਆ ਗਿਆ, ਟ੍ਰਿਪਲ ਸੁਪਰ ਫੋਸਫੇਟਸ ਆ ਗਏ। ਇਹ ਵਾਟਰ ਸੋਲੂਬਲ ਫੋਸਫੋਰਿਕ ਐਸਿਡ ਦੇ ਵਿੱਚ ਆਉਂਦੇ ਆ, ਜਿਹੜੇ SSP ਗੱਲ ਕੀਤੀ ਸੀ, ਠੀਕ ਹੈ। ਸਿਟਰਿਕ ਐਸਿਡ ਸੋਲੂਬਲ ਫੋਸਫੋਰਿਕ ਐਸਿਡ, ਇਹਦੇ ਫਰਟੀਲਾਈਜ਼ਰਸ ਕੰਟੇਨ ਕਰਦਾ ਸੀਟਰੇਟ ਸੋਲੂਬਲ ਫੋਸਫੋਰਿਕ ਐਸਿਡ, ਡਾਈਕੈਲਸ਼ੀਅਮ ਫੋਸਫੇਟ, बेसिक स्लैग्स हो गया, डाइकैल्शियम फॉस्फेट हो गया। नैक्सट इनसोलूबल वाटर और सिट्रिक एसिड, ठीक है। ਇਹਦੇ ਵਿੱਚ ਕੀ ਹੁੰਦਾ ਕਿ ਰੌਕ ਫੋਸਫੇਟ ਹੋ ਗਿਆ, ਰਾ ਬੋਨ ਮੀਲ ਹੋ ਗਿਆ, ਬੋਨ ਮੀਲ ਆ ਜਾਂਦੀ ਹੈ, ਸਟੀਮਡ ਬੋਨ ਮੀਲ ਆ ਜਾਂਦੀ ਹੈ। ਬੋਨ ਮੀਲ ਕਿਹੜੀਆਂ ਹੁੰਦੀਆਂ, ਕੈਟਲਸ ਦੀਆਂ ਬੋਨਸ ਤੋਂ ਜਿਹੜੀਆਂ ਬਣਦੀਆਂ। ਐਂਡ ਪੋਟਾਸ਼ੀਅਮ ਫਰਟੀਲਾਈਜ਼ਰਸ ਦੇ ਵਿੱਚ ਹੁੰਦਾ ਕਿ ਥੀਸ ਆਰ ਦੋਜ਼ ਵਿਚ ਕੰਟੇਨ ਕਰਦਾ ਸਪਲਾਈ ਓਨਲੀ ਪੋਟਾਸ਼ ਸਪਲਾਈ ਕਰੂਗਾ and is known as K2O supply करो potassium oxide and conversion factors on the 0.83 elemental factors oxide forms 1.2। ਇਹ ਗਰੁੱਪ ਡੀ ਕੀਤਾ ਜਾਂਦਾ ਦੋਵਾਂ ਦੇ ਵਿੱਚ ਕਲੋਰਾਈਡ ਫੋਰਮ ਨੋਨ ਕਲੋਰਾਈਡ ਫੋਰਮ। ਕਲੋਰਾਈਡ ਫੋਰਮ ਦੇ ਵਿੱਚ ਕਿਹੜਾ ਆ ਜਾਂਦਾ ਮਿਊਰੇਟ ਆਫ ਪੋਟਾਸ਼ ਜਾਂ ਫਿਰ ਪੋਟਾਸ਼ੀਅਮ, ਉਹਨੂੰ ਕਲੋਰਾਈਡ ਕਹਿੰਦੇ। ਨੋਨ ਕਲੋਰਾਈਡ ਪੋਟਾਸ਼ੀਅਮ ਸਲਫੇਟ, ਪੋਟਾਸ਼ੀਅਮ ਮੈਗਨੀਸ਼ੀਅਮ, ਪੋਟਾਸ਼ੀਅਮ। ਨੈਕਸਟ ਕੰਪਲੈਕਸ ਔਰ ਕੰਪਾਊਂਡ ਫਰਟੀਲਾਈਜ਼ਰਸ, ਠੀਕ ਹੈ। ਕੰਪਲੈਕਸ ਫਰਟੀਲਾਈਜ਼ਰਸ ਕੀ ਹੁੰਦੇ, ਇੱਕ ਨਹੀਂ ਇਹ ਬਹੁਤ ਜ਼ਿਆਦਾ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਫਰਟੀਲਾਈਜ਼ਰਸ ਜਿਹੜੇ ਪ੍ਰਾਇਮਰੀ ਨਿਊਟ੍ਰੀਐਂਟਸ ਅਪਲਾਈ ਕਰਦੇ। ਸਟ੍ਰੇਟਸ ਇੱਕੋ ਅਪਲਾਈ ਕਰਦਾ, ਕੰਪਲੈਕਸ 2 ਜਾਂ 3 ਇਹ ਇੱਕੋ ਹੀ ਜਿਹੜਾ ਆਪਣਾ ਫਰਟੀਲਾਈਜ਼ਰ 2-3 ਪ੍ਰਾਇਮਰੀ ਨਿਊਟ੍ਰੀਐਂਟਸ ਜਾਂ ਮੈਕਰੋ ਨਿਊਟ੍ਰੀਐਂਟਸ ਕਹਿ ਦਿੰਦੇ ਆ ਅਪਲਾਈ ਕਰਦੇ ਆ NPK ਦੀ ਫੋਰਮ 'ਚ। ਥੀਸ ਆਰ ਦੋਜ਼ ਵਿਚ ਕੰਟੇਨ ਕਰਦੇ 2 or 3 ਪ੍ਰਾਇਮਰੀ ਨਿਊਟ੍ਰੀਐਂਟਸ ਆਫ ਵਿਚ 2 ਪ੍ਰਾਇਮਰੀ ਨਿਊਟ੍ਰੀਐਂਟਸ ਆਰ ਇਨ ਕੈਮੀਕਲ ਕੰਪੋਜੀਸ਼ਨ, ਠੀਕ ਹੈ। ਡਾਈ ਅਮੋਨੀਅਮ ਫੋਸਫੇਟ, नाइट्रोफोस्फेट, अमोनियम फोस्फेट, पोटाशियम नाइट्रेट, अमोनियम सल्फेट फोस्फेट, अमोनियम नाइट्रेट फोस्फेट, अमोनियम पोटाशियम फोस्फेट, ये आ जाते हैं। तो इदां दे फर्टिलाइजर्स मिक्स फर्टिलाइजर्स की होंगे, मिक्स होंगे कि आप मकैनिकली मैनुअली आप कह सकते हैं 2 फर्टिलाइजर्स मिक्स करता, एक नाइट्रोजन वाला सी एक ਫੋਸਫੋਰਸ ਵਾਲਾ ਸੀ, ਦੋਨਾਂ ਨੂੰ ਮਿਕਸ ਕਰਤਾ ਆਪਣੇ ਕੋਲ ਮਿਕਸ ਫਰਟੀਲਾਈਜ਼ਰਸ ਬਣ ਗਏ, ਠੀਕ ਹੈ। ਇੱਦਾਂ ਦੇ ਫਿਜ਼ੀਕਲੀ ਮਿਕਸਚਰ ਹੁੰਦਾ ਸਟ੍ਰੇਟ ਜਾਂ ਸਟ੍ਰੇਟ ਫਰਟੀਲਾਈਜ਼ਰਸ ਦਾ ਕੰਟੇਨ ਕਰਦਾ 2 ਜਾਂ 2 ਤੋਂ ਜ਼ਿਆਦਾ ਪ੍ਰਾਇਮਰੀ ਨਿਊਟ੍ਰੀਐਂਟਸ। ਇਹ ਥੋਰਲੀ ਮਿਕਸ ਕਰਦੇ ਨੇ ਇਨਗ੍ਰੇਡੀਐਂਟਸ ਨੂੰ ਮਿਕਸ ਕਰਦੇ ਨੇ ਆਈਦਰ ਮੈਨੂਅਲੀ ਜਾਂ ਫਿਰ ਮਕੈਨੀਕਲੀ, ਠੀਕ ਹੈ। ਫਰਟੀਲਾਈਜ਼ਰਸ ਗ੍ਰੇਡ ਹੁੰਦਾ ਗਰੰਟਡ ਮਿਨੀਮਮ ਪਰਸੈਂਟੇਜ ਇਹਨਾਂ ਦਾ ਹੁੰਦਾ ਵੀ ਘੱਟੋ ਘੱਟ ਇੰਨੀ % ਦਾ ਹੋਊਗਾ। NPK ਦੀ ਹੁੰਦੀ ਹੈ ਕਿ ਇਹਦੇ 'ਚ ਇੰਨੀ % ਦਾ ਹੋਊਗਾ। 20-20-0 ਦੀ ਰੇਸ਼ੋ 'ਚ ਹੁੰਦਾ, 28-28-0, 18-18-10, 14-25 ਤੁਸੀਂ ਇਹ ਸਾਰੇ ਦੇਖ ਸਕਦੇ ਹੋ। ਆਹ ਵਾਲੀ ਕੰਪੋਜੀਸ਼ਨ ਦੇ ਹੁੰਦੇ ਆ, ਇਹਨਾਂ ਨੂੰ ਮਿਕਸ ਕੀਤੇ ਹੁੰਦੇ ਆ ਮੈਨੂਅਲੀ। ਨੈਕਸਟ ਮਾਈਕਰੋ ਨਿਊਟ੍ਰੀਐਂਟ ਫਰਟੀਲਾਈਜ਼ਰ, ਇਹ ਹੁੰਦਾ ਕਿ ਮਾਈਕਰੋ ਨਿਊਟ੍ਰੀਐਂਟਸ ਅਪਲਾਈ ਕਰਦਾ, ਠੀਕ ਹੈ। ਇੱਦਾਂ ਦੇ ਨਿਊਟ੍ਰੀਐਂਟ ਜਿਹੜੇ ਸਪਲਾਈ ਕਰਦੇ ਨਿਊਟ੍ਰੀਐਂਟ ਸਮਾਲ ਕੁਆਂਟਿਟੀ ਆਪਾਂ ਨੂੰ ਪਤਾ ਮੈਕਰੋ ਅਤੇ ਮਾਈਕਰੋ 2 ਹੁੰਦੇ ਆ। ਇਹ ਮਾਈਕਰੋ ਵਾਸਤੇ ਹੁੰਦਾ ਜਿਹੜੇ ਸਮਾਲ ਕੁਆਂਟੀਟੀਜ਼ ਚਾਹੀਦੇ, ਕੈਮੀਕਲਸ ਸਪਲਾਈ ਕਰਦੇ ਐਲੀਮੈਂਟਸ ਰਿਕੁਆਇਰਡ ਵਿਦ ਦਾ ਪਲਾਂਟ ਨੂੰ ਸਮਾਲ ਕੁਆਂਟੀਟੀਜ਼ ਚਾਹੀਦੇ ਹੁੰਦੇ ਆ, लाइक कॉपर सल्फेट हो गया, जिंक सल्फेट हो गया, सोडियम बोरेट हो गया, मैग्नीशियम सल्फेट, सोडियम मोलिब्डेट, अमोनियम मोलिब्डेट, फेरस सल्फेट एटसेट्रा। नैक्सट कुछ बायो फर्टिलाइजर्स होंगे, ठीक है। बायो फर्टिलाइजर्स के होंगे माइक्रोबियल एजेंट्स होंगे, ठीक है। माइक्रोबियल होंगे, याद देखो की होंगे ਇਹਦੇ 'ਚ ਹੁੰਦਾ ਕਿ ਕੁਛ ਮਾਈਕਰੋਬੀਅਲ ਇਹ ਇੱਦਾਂ ਦੇ ਲਿਵਿੰਗ ਔਰਗਨਿਜ਼ਮਸ ਹੁੰਦੇ ਆ ਜਿਹੜੇ ਆਪਾਂ ਨੂੰ ਸੋਇਲ ਦੇ ਵਿੱਚ
ਪਾਏ ਜਾਂਦੇ ਆ ਜਾਂ ਫਿਰ ਕਈ ਵਾਰੀ ਸੀਡ ਦੇ ਨਾਲ ਪਾਏ ਜਾਂਦੇ ਆ, ਤਾਂ ਕਿ ਉਹ ਜਿਹੜੇ ਹੈ ਆਪਦੀ ਡੀਕੰਪੋਜੀਸ਼ਨ ਐਕਟੀਵਿਟੀ, ਨਾਈਟ੍ਰੋਜਨ ਫਿਕਸੇਸ਼ਨ ਵਗੈਰਾ ਸਾਰਾ ਕੁਝ ਸੋਇਲ 'ਚ ਕਰਦੇ ਆ। ਜਿਵੇਂ ਸੋਇਲ 'ਚ ਜਾਂ ਸੀਡ 'ਚ ਕਿੱਦਾਂ ਪਾਏ ਜਾਂਦੇ ਆ, ਸੀਡ ਦੇ ਵਿੱਚ ਕਿਤੇ ਹੁੰਦਾ ਵੀ ਸੀਡ ਪਾਇਆ ਜਾਂਦਾ, ਉਹਦੇ 'ਚ ਕੁਛ ਮਾਈਕਰੋਬੀਅਲ ਏਜੰਟਸ ਵਗੈਰਾ ਪਾਏ ਜਾਂਦੇ ਆ, ਰਾਈਜ਼ੋਬੀਅਮ ਬੈਕਟੀਰੀਆ ਵਗੈਰਾ ਹੋ ਗਏ, ਠੀਕ ਹੈ, ਐਜ਼ੋਬੈਕਟਰ ਹੋ ਗਿਆ ਜਾਂ ਐਜ਼ੋਸਪਿਰਿਲੀਅਮ ਹੋ ਗਿਆ, ਇਹ ਉਹਦੇ 'ਚ ਸੀਡ ਪਾਤੀ ਇੱਕ ਬਕਟ 'ਚ, ਨਾਲ ਹੀ ਤੁਸੀਂ ਇਹ ਜਿਹੜੇ ਐਜ਼ੋਸਪਿਰਿਲੀਅਮ ਐਜ਼ੋਟੋਬੈਕਟਰ ਵਾਲੇ ਬੈਕਟੀਰੀਆ ਪਾਤੇ, ਲਿਵਿੰਗ ਔਰਗੈਨਿਜ਼ਮ ਪਾਤੇ, ਨਾਲ ਕੋਈ ਹੈ ਫਿਕਸਿੰਗ ਏਜੰਟ ਪਾਤਾ ਜਾਂ ਕੋਈ ਸੈਂਡ ਵਗੈਰਾ ਪਾਤੀ, ਔਰ ਨਾਲ ਕੋਈ ਫਿਕਸਿੰਗ ਏਜੰਟ ਪਾਤਾ। ਜਿਹੜੀ ਹੈ ਸੀਡ ਦੇ ਨਾਲ ਆਹ ਵਾਲੇ ਜਿਹੜੇ ਹੁੰਦੇ ਆ ਨਾ ਸਾਰੇ, ਇਹ ਫਿਕਸ ਹੋ ਜਾਣਗੇ, ਜਿਹੜੇ ਮਾਈਕਰੋਬਸ ਹੁੰਦੇ ਆ ਸਾਰੇ ਸੀਡ ਦੇ ਨਾਲ ਫਿਕਸ ਹੋ ਜਾਣਗੇ, ਚਿਪਕ ਜਾਣਗੇ ਸੀਡ ਦੇ ਨਾਲ, ਠੀਕ ਹੈ, ਫਿਕਸਿੰਗ ਏਜੰਟ ਵਿੱਚ ਪਾਇਆ ਆਪਾਂ ਕੋਈ, ਔਰ ਉਹ ਜਦੋਂ ਫਿਕਸ ਗਏ, ਜਦੋਂ ਤੁਸੀਂ ਫਿਕਸ ਹੋ ਗਏ, ਜਦੋਂ ਤੁਸੀਂ ਸੋਇਲ ਦੇ ਵਿੱਚ ਤੁਸੀਂ ਉਹਦੀ ਸੀਡਸ ਪਾਤੀ, ਠੀਕ ਹੈ, ਤੁਸੀਂ ਉਹਦੀ ਬਰੋਡਕਾਸਟਿੰਗ ਕਰਤੀ, ਜਿੱਦਾਂ ਮਤਲਬ ਆਪਾਂ ਸੀਡ ਲਾਤਾ, ਸੀਡ ਲਾਤਾ, ਉਹ ਜਿਹੜੀ ਆ ਸੋਇਲ ਦੇ ਵਿੱਚ ਪ੍ਰੈਜੈਂਟ ਹੋ ਜਾਣਗੇ ਸੀਡ ਦੇ ਥਰੂ, ਔਰ ਉੱਥੇ ਆ ਪ੍ਰੋਪਰ ਉਹਦੀ ਡੀਕੰਪੋਜੀਸ਼ਨ ਕਰਾਉਣਗੇ, ਉਹਦੀ ਨਾਈਟ੍ਰੋਜਨ ਐਕਟੀਵਿਟੀ ਸਟਾਰਟ ਹੋਗੀ, ਨਾਈਟ੍ਰੋਜਨ ਫਿਕਸੇਸ਼ਨ ਕਰਾਉਣਗੇ, ਔਰ ਉਹਦੀ ਜਿਹੜੀ ਆ ਸੀਡ ਦੀ ਗਰੋਥ ਅੱਗੋਂ ਪਲਾਂਟ ਦੀ ਬਹੁਤ ਅੱਛੀ ਹੋਏਗੀ, ਔਰ ਅੱਗੋਂ ਉਹਦੀ ਪ੍ਰੋਡਕਸ਼ਨ ਦੇ ਵਿੱਚ ਉਹਦੀ ਯੀਲਡ 'ਚ ਹੈਲਪਫੁਲ ਹੋਣਗੇ, ਠੀਕ ਹੈ। ਇਹਦੇ ਵਿੱਚ ਆਪਾਂ ਅੱਗੇ ਥਿਊਰੀ ਪੜ੍ਹ ਲੈਂਦੇ ਹਾਂ ਕਿ these can defined as preparation containing live ਜਾਂ ਫਿਰ latent cells ਹੁੰਦੇ ਆ, ਕੁਛ effective streams ਨਾਈਟ੍ਰੋਜਨ ਫਿਕਸਿੰਗ ਕਰਦੇ ਆ, ਫੋਸਫੇਟ solubilizing and phosphating ਸੈਲੂਲੇਟਿਕ ਮਾਈਕਰੋ ਆਰਗੈਨਿਜ਼ਮਸ। ਇਹ ਯੂਜ਼ ਹੁੰਦੇ ਕਿ ਐਪਲੀਕੇਸ਼ਨ ਸੀਡਸ ਨੂੰ, ਸੋਇਲ ਨੂੰ, ਫਿਰ ਡੀਕੰਪੋਜ਼ਿਟਿੰਗ ਏਰੀਆਜ਼ ਟੂ ਇਨਕਰੀਜ਼ ਦ ਨੰਬਰ ਆਫ ਸੱਚ ਮਾਈਕਰੋਬੀਅਲ ਪ੍ਰੋਸੈਸ ਐਂਡ ਨਿਊਟ੍ਰੈਂਟਸ ਇਨ ਫਰਮ ਵੇ, ਰਾਈਜ਼ੋਬੀਅਮ ਆ ਗਿਆ, ਜ਼ੋਟੋਬੈਕਟਰ, ਐਜ਼ੋਸਪਿਰਿਲੀਅਮ, ਬਲੂ ਗ੍ਰੀਨ ਐਲੀਗੈਂਟ, ਅਜ਼ੋਲਾ। ਨੈਕਸਟ ਮੈਥਡ ਆਫ ਐਪਲੀਕੇਸ਼ਨ ਆਫ ਫਰਟੀਲਾਈਜ਼ਰਸ, ਠੀਕ ਹੈ, ਫਰਟੀਲਾਈਜ਼ਰ ਦੀ ਐਪਲੀਕੇਸ਼ਨ ਕਿੱਦਾਂ ਕਰਨੀ ਹੈ। ਦੇਖੋ, ਇਨ ਆਰਡਰ ਟੂ ਗੈਟ ਮੈਕਸਿਮਮ ਬੈਨੀਫਿਟ ਫਰੋਮ ਦ ਮਨਿਓਰ ਐਂਡ ਫਰਟੀਲਾਈਜ਼ਰ ਦੇਰ ਸ਼ੁੱਡ ਨਾਟ ਬੀ ਅਪਲਾਈਡ ਇਨ ਪ੍ਰੋਪਰ ਟਾਈਮ ਐਂਡ ਪ੍ਰੋਪਰ ਮੈਨਰ। ਕਹਿੰਦੇ ਵੀ ਜੇਕਰ ਤੁਸੀਂ ਪ੍ਰੋਪਰ ਦੇਖੋ ਫਰਟੀਲਾਈਜ਼ਰਸ ਦਾ ਬੈਨੀਫਿਟ ਲੈਣਾ ਚਾਹੁੰਦੇ ਹੋ, ਠੀਕ ਹੈ, ਜਿਹੜੇ ਫਰਟੀਲਾਈਜ਼ਰ ਹੁੰਦੇ ਆ ਨਾ, ਇਹ ਇੱਦਾਂ ਨਹੀਂ ਕਿ ਕਿੰਨੀ ਹੀ ਕੁਆਂਟਿਟੀ 'ਚ ਪਾ ਦੇਣ, ਇਹ ਫਿਕਸ ਹੁੰਦਾ ਕਿ ਰਾਈਸ ਵਾਸਤੇ ਇੰਨਾ ਹੀ ਫਰਟੀਲਾਈਜ਼ਰ ਪਾਉਣਾ, ਇੰਨਾ ਨਾਈਟ੍ਰੋਜਨ, ਫੋਸਫੋਰਸ, ਪੋਟਾਸ਼ ਪਾਉਣਾ, ਵੀਟ ਵਾਸਤੇ ਇੰਨਾ ਹੀ ਰੇਸ਼ੋ 'ਚ ਪਾਉਣਾ, ਠੀਕ ਹੈ, ਇਹਨਾਂ ਦੀ ਰੇਸ਼ੋਜ਼ ਫਿਕਸ ਹੁੰਦੀਆਂ NPK ਦੀਆਂ, ਕਿ ਇੱਦਾਂ ਨਹੀਂ ਕਿ ਆਪਾਂ ਘੱਟ ਵੱਧ ਪਾ ਸਕਦੇ ਹਾਂ, ਰਿਕਮੈਂਡਡ ਹੀ ਪਾਉਣੀਆਂ ਹੁੰਦੀਆਂ। ਇਹ ਹੈ ਕਿ ਫਾਰਮਰ ਇੱਕ ਆਪਦੇ ਵੱਲੋਂ ਹੀ ਕਈ ਵਾਰੀ ਇਲਿਟਰੇਟ ਹੋਣ ਕਰਕੇ ਆਪਦੇ ਵੱਲੋਂ ਪਾ ਦਿੰਦੇ ਆ ਘੱਟ ਵੱਧ, ਪਰ ਅਦਰਵਾਈਜ਼ ਅਗਰ ਆਪਾਂ ਰਿਕਮੈਂਡ ਕਰੀਏ, ਜਿੰਨੀਆਂ PAU ਰਿਕਮੈਂਡ ਕਰਦਾ ਆਪਣਾ, ਠੀਕ ਹੈ, ਪੈਕੇਜ ਦੇ ਵਿੱਚ ਰਿਕਮੈਂਡੇਸ਼ਨਸ ਹੁੰਦੀਆਂ ਲਿਖੀਆਂ, ਉਨੀਆਂ ਹੀ ਪਾਉਣੀਆਂ ਚਾਹੀਦੀਆਂ, ਤਾਂ ਕਿ ਅਗਰ ਆਪਾਂ ਘੱਟ ਪਾਵਾਂਗੇ ਤਾਂ ਵੀ ਥੋੜ੍ਹੀ ਰਹਿ ਜਾਣੀ ਹੈ, ਜ਼ਿਆਦਾ ਪਾਵਾਂਗੇ ਤਾਂ ਵੇਸਟੇਜ ਹੋ ਜਾਣੀ ਹੈ। ਤਾਂ ਇਸ ਕਰਕੇ ਜਿੰਨੀ ਰਿਕਮੈਂਡ ਕੀਤੀ ਜਾਂਦੀ ਓਨੀ ਹੀ ਪਾਉਣੀ ਹੁੰਦੀ ਹੈ। ਦੂਜੇ ਨੰਬਰ ਦੀ ਗੱਲ ਕਦੋਂ ਪਾਉਣੀ ਹੈ, ਇਹਦਾ ਵੀ ਹੁੰਦਾ ਕਿ ਕਈ ਵਾਰੀ ਤਾਂ ਜਿਵੇਂ ਜਦੋਂ ਆਪਾਂ ਟਰਾਂਸਪਲਾਂਟਿੰਗ ਕਰਦੇ ਹਾਂ ਜਾਂ ਸੀਡ ਲਾਉਂਦੇ ਹਾਂ, ਠੀਕ ਹੈ, ਉਦੋਂ ਪਾਉਣੀ ਹੁੰਦੀ ਹੈ, ਇੱਕ ਵਾਰੀ ਇਨਕੋਪਰੇਸ਼ਨ ਕਰਨੀ ਹੈ ਸਟਾਰਟਿੰਗ ਦੇ ਵਿੱਚ। ਬਾਅਦ 'ਚ ਕਈਆਂ 'ਚ ਹੁੰਦੀ ਹੈ ਕਿ ਇੰਟਰਵਲ ਹੁੰਦਾ ਕਿ ਮਹੀਨੇ ਬਾਅਦ ਪਾਉਣੀ ਹੈ, ਜੇ ਕੋਈ ਵੱਡੀ ਗਰੁੱਪ ਹੈ ਤਾਂ 2 ਮਹੀਨੇ ਬਾਅਦ, ਕਈਆਂ 'ਚ 15 ਦਿਨਾਂ ਬਾਅਦ ਹੀ ਪਾਉਣਾ ਹੁੰਦਾ। ਤਾਂ ਉਹ ਕਿੰਨੀ ਡੋਜ਼ ਪਾਉਣੀ ਆ, ਕਿੰਨੇ ਇੰਟਰਵਲ 'ਚ ਪਾਉਣੀ ਆ, ਇਹ ਸਾਰਾ ਕੁਛ ਧਿਆਨ ਰੱਖਣਾ, ਔਰ ਕਿਸ ਤਰੀਕੇ ਨਾਲ ਪਾਉਣਾ ਫਰਟੀਲਾਈਜ਼ਰ, ਇਹਦਾ ਵੀ ਧਿਆਨ ਹੋਣਾ ਚਾਹੀਦਾ, ਠੀਕ ਹੈ। ਇਹ ਸਾਰੀਆਂ ਕੇਅਰਫੁਲ ਕੰਸੀਡਰੇਸ਼ਨਸ ਆਪਾਂ ਰੱਖਣੀਆਂ। ਡਿਫਰੈਂਟ ਸੋਇਲ ਰਿਐਕਟ ਡਿਫਰੈਂਟਲੀ ਵਿਦ ਦਾ ਫਰਟੀਲਾਈਜ਼ਰ, ਅਲੱਗ-ਅਲੱਗ ਸੋਇਲ ਅਲੱਗ-ਅਲੱਗ ਤਰੀਕੇ ਨਾਲ ਇਹਦੇ ਨਾਲ ਰਿਐਕਟ ਕਰੂਗੀ। ਐਂਡ NPK ਰਿਕੁਆਇਰਮੈਂਟ ਡਿਫਰੈਂਟ ਕ੍ਰੋਪਸ ਡਿਫਰੈਂਟ ਹੁੰਦੀਆਂ, ਹਰੇਕ ਦੀ NPK ਰਿਕੁਆਇਰਮੈਂਟ ਡਿਫਰੈਂਟ ਹੁੰਦੀ ਆ। ਐਂਡ ਸਿੰਗਲ ਕ੍ਰੋਪ ਨਿਊਟ੍ਰੀਐਂਟ ਰਿਕੁਆਇਰਮੈਂਟ ਵੀ ਡਿਫਰੈਂਟ ਹੁੰਦੀ ਆ, ਔਰ ਉਹਦੀ ਸਟੇਜ ਦੀ ਰਿਕੁਆਇਰਮੈਂਟ, ਕਿ ਜਿਵੇਂ ਉਹਦੀ ਪਹਿਲਾਂ ਫਲਾਵਰਿੰਗ ਰਿਕੁਆਇਰਮੈਂਟ ਹੋਰ ਹੈ, ਠੀਕ ਹੈ, ਜਦੋਂ ਫਲਾਵਰ ਹੋ ਜਾਂਦਾ ਉਦੋਂ ਹੋਰ ਹੋਊਗਾ, ਠੀਕ ਹੈ, ਉਹਦੇ ਜਦੋਂ ਟਿੱਲਰ ਬਣ ਗਿਆ ਉਹਦੀ ਰਿਕੁਆਇਰਮੈਂਟ ਹੋਰ ਹੋਊਗੀ, ਕਿੰਨਾ ਚਾਹੀਦਾ ਉਹਨੂੰ NPK। ਇੱਦਾਂ 'ਚੋਂ ਹੈ ਸਾਰੀਆਂ ਸਟੇਜਿਸ ਦੇ ਅਕੋਰਡਿੰਗ, ਜੋ ਪਲਾਂਟ ਸਟੇਜਿਸ ਹੁੰਦੀਆਂ ਲਾਈਫ ਸਾਈਕਲ ਦੇ ਵਿੱਚ, ਉਹ ਵੈਰੀ ਕਰਦੀਆਂ। ਨੈਕਸਟ, ਫਰਟੀਲਾਈਜ਼ਰਸ ਆਰ ਅਪਲਾਈਡ ਬਾਈ ਡਿਫਰੈਂਟ ਮੈਥਡਸ ਮੇਨਲੀ ਫॉर 3 ਪਰਪਸਿਸ, ਠੀਕ ਹੈ, ਜਿਹੜੇ ਫਰਟੀਲਾਈਜ਼ਰਸ ਅਪਲਾਈ ਕਰਦੇ ਹਾਂ ਅਲੱਗ-ਅਲੱਗ ਤਰੀਕੇ ਨਾਲ 3 ਪਰਪਸਿਸ ਕਰਕੇ, ਮੇਕ ਦਾ ਪਲਾਂਟ ਨਿਊਟ੍ਰੀਐਂਟ ਈਜ਼ਲੀ ਅਵੇਲੇਬਲ ਟੂ ਪਲਾਂਟ ਨਿਊਟ੍ਰੀਐਂਟ, ਮਤਲਬ ਇਸ ਤਰੀਕੇ ਨਾਲ ਤੁਸੀਂ ਫਰਟੀਲਾਈਜ਼ਰ ਪਾਉਣਾ ਕਿ ਜਿਹੜਾ ਕਰੋਪ ਨੂੰ ਈਜ਼ੀਲੀ ਅਵੇਲੇਬਲ ਹੋਵੇ। ਦੂਜਾ ਕਹਿੰਦੇ ਉਹਨਾਂ 'ਚ ਲੋਸਿਸ ਵਗੈਰਾ ਹੈਗੇ ਆ ਉਹ ਘੱਟ ਜਾਣ, ਫਰਟੀਲਾਈਜ਼ਰ ਦਾ ਲੋਸ ਘੱਟ ਹੋਵੇ, ਯੂਟੀਲਾਈਜੇਸ਼ਨ ਵੱਧ ਤੋਂ ਵੱਧ ਜ਼ਿਆਦਾ ਹੋਵੇ, ਐਂਡ ਈਜ਼ ਆਫ ਐਪਲੀਕੇਸ਼ਨ ਬਹੁਤ ਈਜ਼ੀ ਹੋਵੇ, ਠੀਕ ਹੈ, ਉਹਨੂੰ ਅਪਲਾਈ ਕਰਨਾ ਸੌਖਾ ਹੋਵੇ, ਇੱਦਾਂ ਦਾ ਮੈਥਡ ਯੂਜ਼ ਕਰਨਾ। ਦਾ ਟਾਈਮ ਅਤੇ ਮੈਥਡ ਆਫ ਫਰਟੀਲਾਈਜ਼ਰ ਐਪਲੀਕੇਸ਼ਨ ਉਹ ਵੈਰੀ ਕਰੂਗਾ ਵੀ ਕਿਸ ਤਰੀਕੇ ਨਾਲ ਹੈ, ਤੁਸੀਂ ਕਿਸ ਟਾਈਮ 'ਤੇ ਕਿਸ ਤਰੀਕੇ ਨਾਲ ਵੈਰੀ ਕਰੂਗਾ ਕਿ ਫਰਟੀਲਾਈਜ਼ਰ ਦੀ ਨੇਚਰ ਕਿੱਦਾਂ ਦੀ ਹੈ, ਸੋਇਲ ਦੀ ਨੇਚਰ ਕਿੱਦਾਂ ਦੀ ਹੈ, ਔਰ ਨਿਊਟ੍ਰੀਐਂਟ ਦੀ ਰਿਕੁਆਇਰਮੈਂਟ ਕਿੰਨੀ ਹੈ, ਅਤੇ ਫੀਲਡ ਕ੍ਰੋਪਸ ਦੀ ਨੇਚਰ ਕਿੰਨੀ ਹੈ। ਐਪਲੀਕੇਸ਼ਨ ਆਫ ਲਿਕੁਇਡ ਫਰਟੀਲਾਈਜ਼ਰਸ, ਠੀਕ ਹੈ, ਜਿਹੜੇ ਐਪਲੀਕੇਸ਼ਨ ਆਫ ਲਿਕੁਇਡ ਫਰਟੀਲਾਈਜ਼ਰਸ ਆ
ਇਹ ਆਪਾਂ ਇਸ ਤਰ੍ਹਾਂ ਕਰ ਦਿੰਦੇ ਹਾਂ, ਕੁਝ ਸਟਾਰਟਰ ਸੋਲਿਊਸ਼ਨਸ ਦੀ ਫੋਰਮ ਦੇ ਵਿੱਚ ਕਰ ਦਿੰਦੇ ਹਾਂ। ਠੀਕ ਹੈ, ਕਿਵੇਂ ਅਪਲਾਈ ਕਰਨਾ ਸਟਾਰਟਰ ਦੇ ਵਿੱਚ ਹੈ ਕਿ ਮਤਲਬ ਆਪਾਂ ਜਦੋਂ ਇਨ ਟਰਾਂਸਪਲਾਂਟਿੰਗ ਕਰਨ ਲੱਗੇ ਹਾਂ, ਜਦੋਂ ਆਪਾਂ ਕੋਈ ਲਾਉਣ ਲੱਗੇ ਹਾਂ ਕਰੋਪ, ਠੀਕ ਹੈ, ਉਦੋਂ ਪਾਉਣੀ ਹੈ। ਜਿਵੇਂ ਜਿਹੜੇ ਸੋਲਿਊਸ਼ਨਸ ਹੋਵੇ ਫਰਟੀਲਾਈਜ਼ਰ ਜਨਰਲੀ NPK ਕਿਸ ਰੇਸ਼ੋਜ਼ 1:1 ਰੇਸ਼ੋ ਜਾਂ 1:2 ਰੇਸ਼ੋ ਦੇ ਵਿੱਚ ਅਪਲਾਈ ਕਰਨਾ, 1:1 ਦੇ ਵਿੱਚ ਐਂਡ 1:2 ਦੇ ਵਿੱਚ ਅਪਲਾਈ ਕਰਨੇ ਹੁੰਦੇ ਆ NPK ਜਦੋਂ ਆਪਾਂ ਅਪਲਾਈ ਕਰਨੇ। ਜਿਵੇਂ ਵੈਜੀਟੇਬਲ ਪਲਾਂਟਸ ਨੂੰ ਇਸ ਫੋਰਮ ਦੇ ਵਿੱਚ ਅਪਲਾਈ ਕਰਨਾ ਜਦੋਂ ਆਪਾਂ ਟਰਾਂਸਪਲਾਂਟਿੰਗ ਕਰਨ ਲੱਗੇ ਹਾਂ, ਜਦੋਂ ਆਪਾਂ ਲਾਉਣ ਲੱਗੇ ਹਾਂ, ਜਦੋਂ ਆਪਾਂ ਨਰਸਰੀ ਲਾਉਣ ਲੱਗੇ ਹਾਂ ਪਲਾਂਟਸ ਦੀ, ਉਸ ਟਾਈਮ। ਠੀਕ ਹੈ, ਇਹ ਕਹਿੰਦੇ ਬਹੁਤ ਜ਼ਿਆਦਾ ਕੀ ਹੈਲਪ ਹੀ ਕਰੂਗੀ ਅਗਰ ਆਪਾਂ ਉਦੋਂ ਲਾਵਾਂਗੇ। ਬਹੁਤ ਰੈਪਿਡਲੀ ਐਸਟੈਬਲਿਸ਼ ਸੀਡਲਿੰਗਸ ਬਹੁਤ ਜਲਦੀ ਗਰੋ ਹੋਣਗੀਆਂ ਐਂਡ ਕੁਇਕਰਲੀ ਗਰੋ ਹੋਣਗੀਆਂ। ਇਹਦੀ ਐਡਵਾਂਟੇਜ ਹੁੰਦੇ ਕਿ ਨਿਊਟਰੈਂਟਸ ਇਹ ਪਲਾਂਟ ਦੀ ਰੂਟਸ ਤੱਕ ਪਹੁੰਚ ਜੂਗਾ ਇਮੀਡੀਏਟਲੀ, ਔਰ ਉਹਨੂੰ ਸਫੀਸ਼ੈਂਟਲੀ ਇੰਨਾ ਡਿਲਿਊਟ ਹੋਣਾ ਚਾਹੀਦਾ, ਪਤਲਾ ਹੋਣਾ ਚਾਹੀਦਾ, ਉਹਦੀ ਗਰੋਥ ਇਨਹੀਬਿਟ ਨਾ ਕਰੇ। ਔਰ ਐਕਸਟਰਾ ਲੇਬਰ ਇਜ਼ ਨਸੈਸਰੀ, ਇਹਦੇ 'ਚ ਜਿਹੜਾ ਐਕਸਟਰਾ ਲੇਬਰ ਹੈ ਉਹ ਚਾਹੀਦੀ ਹੋਊਗੀ। ਇਹਦੇ 'ਚ ਇਹ ਗੱਲ ਹੈ ਡਿਸਐਡਵਾਂਟੇਜ ਕਿ ਉਹਨੂੰ ਐਕਸਟਰਾ ਲੇਬਰ ਚਾਹੀਦੀ ਹੋਊਗੀ। ਦੂਜਾ ਕਹਿੰਦੇ ਫਿਕਸੇਸ਼ਨ ਆਫ ਫੋਸਫੋਰਸ ਇਜ਼ ਗ੍ਰੇਟਰ, ਜਿਹੜੀ ਫੋਸਫੋਰਸ ਹੈ ਉਹਦੀ ਫਿਕਸੇਸ਼ਨ ਜ਼ਿਆਦਾ ਹੋਊਗੀ। ਨੈਕਸਟ ਆਪਾਂ ਅਪਲਾਈ ਕਰ ਸਕਦੇ ਹਾਂ, ਫੋਲੀਅਰ ਐਪਲੀਕੇਸ਼ਨ ਕਰ ਸਕਦੇ ਹਾਂ। ਠੀਕ ਹੈ, ਇਹ ਆਪਾਂ ਇਹ ਕਹਿ ਸਕਦੇ ਹਾਂ ਕਿ ਲੀਵਸ ਵਗੈਰਾ ਨੂੰ ਜਿਹੜੀ ਆਪਾਂ ਐਪਲੀਕੇਸ਼ਨ ਦਿੰਦੇ ਹਾਂ, ਲੀਵਸ ਨੂੰ ਸਪਰੇਅ ਦੀ ਫੋਰਮ ਦੇ ਵਿੱਚ ਆਪਾਂ ਫਰਟੀਲਾਈਜ਼ਰ ਦੇਤਾ। ਠੀਕ ਹੈ, ਉਹਦੀ ਪਲਾਂਟ ਬਣ ਗਿਆ ਵੱਡਾ ਵਧੀਆ, ਉਹਦੇ ਲੀਵਸ ਦੇ ਉੱਪਰ ਸਪਰੇਅ ਦਿੱਤੀ ਇਜ਼ ਨੋਨ ਐਜ਼ ਫੋਲੀਅਰ ਐਪਲੀਕੇਸ਼ਨ ਨਿਊਟਰੈਂਟਸ ਵਗੈਰਾ ਦੀ। ਠੀਕ ਹੈ, ਇਹ ਰੈਫਰਸ ਟੂ ਦ ਸਪਰਿੰਗ ਆਫ ਦ ਲੀਵਸ crop plant suitable fertilizer solutions prepared in low concentration to supply only one nutrient। ਠੀਕ ਹੈ, ਇਹ ਆਪਾਂ ਇਹ ਕਿ ਲੀਵ ਸਪਰੇ ਕਰਦੇ ਆ ਕੋਈ ਸੂਟੇਬਲ ਫਰਟੀਲਾਈਜ਼ਰ ਸੋਲਿਊਸ਼ਨ ਤਿਆਰ ਕਰਾ ਕੇ। ਠੀਕ ਹੈ, ਪਾਣੀ ਸਸਪੈਂਸ਼ਨਸ ਮਟੀਰੀਅਲ ਬਣਾ ਕੇ ਲੋ ਕੰਸਨਟ੍ਰੇਸ਼ਨ ਦਾ ਹੋਣਾ ਚਾਹੀਦਾ ਔਰ ਇੱਕ ਪਲਾਂਟ ਨਿਊਟਰੈਂਟ ਅਪਲਾਈ ਕਰੇ। ਪ੍ਰੈਫਰੇਬਲ ਕੀਤਾ ਜਾਂਦਾ ਕਿ ਸੋਇਲ ਨੂੰ ਜਦੋਂ ਇਹ ਉਦੋਂ ਦਿੱਤਾ ਜਾਂਦਾ ਕਿ ਜਦੋਂ ਸੋਇਲ ਕੰਡੀਸ਼ਨਸ ਹੈ ਉਹਦੇ 'ਚ ਕੰਪੀਟੀਟਿਵ ਕਰੋਪ ਵਗੈਰਾ ਹੈ। ਠੀਕ ਹੈ, ਔਰ ਉਹਦੀ ਲੇਟ ਐਪਲੀਕੇਸ਼ਨ ਕਰਨੀ ਹੈ ਨਾਈਟ੍ਰੋਜਨ ਦੀ, ਲੇਟ ਐਪਲੀਕੇਸ਼ਨ ਕਰਨੀ ਹੈ ਤਾਂ ਆਪਾਂ ਉਹਦਾ ਫੋਲੀਅਰ ਸਪਰੇਅ ਦੇ ਉੱਪਰ ਕਰ ਸਕਦੇ ਹਾਂ। ਐਕੂਰੇਟਲੀ ਟਾਈਮ ਰਿਸਪੋਂਸ ਫਰਟੀਲਾਈਜ਼ਰਸ ਇਹ ਜਲਦੀ ਰਿਸਪੋਂਸ, ਜਿਵੇਂ ਆਪਾਂ ਲੀਵਸ ਦੇ ਉੱਪਰ ਕਰਾਂਗੇ ਉੱਥੇ ਡਾਇਰੈਕਟਲੀ ਉਹਦੇ ਸਟੋਮੇਟਾ ਉੱਥੋਂ ਹੀ ਓਬਜ਼ੋਰਬ ਕਰ ਲੈਣਗੀਆਂ ਉਹ ਨਿਊਟਰੈਂਟਸ, ਔਰ ਉਹ ਜਲਦੀ ਆਪਣੀ ਜਿਹੜੀ ਹੈ ਉਹਦਾ ਇਫੈਕਟ ਵੀ ਸ਼ੋ ਹੋ ਜਾਊਗਾ। ਠੀਕ ਹੈ, ਰੂਟੀਨ ਐਪਲੀਕੇਸ਼ਨ ਜਿਹੜੀ ਹੁੰਦੀ ਹੈ ਇਨਸੈਕਟੀਸਾਈਡਲ ਪੈਸਟੀਸਾਈਡਸ ਦੇ ਨਾਲੋਂ ਨਿਊਟਰੈਂਟ ਪ੍ਰੀਵੈਂਟ ਐਪਲੀਕੇਸ਼ਨ ਫਰਟੀਲਾਈਜ਼ਰ ਆਲਸੋ ਪਰਮਿਟ ਦ ਐਪਲੀਕੇਸ਼ਨ ਟੂ ਦ ਲੀਵਸ ਹਾਇਰ ਕਲੀਅਰੈਂਸ ਸਪਰੇਅਰ। ਇਹ ਅੱਛਾ ਕਿ ਆਪਾਂ ਸਪਰੇਅ ਕਰ ਸਕਦੇ ਹਾਂ। ਇਹ ਕਈ ਵਾਰ ਹੈਲੀਕਾਪਟਰਸ ਦੀ ਫੋਰਮ ਦੇ ਵਿੱਚ ਵੀ ਹੁੰਦੀ ਹੈ। ਆਪਾਂ ਦੇਖਦੇ ਹਾਂ ਕਿ ਜਿਹੜੇ ਲਾਰਜ ਸਕੇਲ ਦੇ ਹੁੰਦੇ ਆ ਡਵੈਲਪਡ ਕੰਟਰੀਜ਼ ਵਗੈਰਾ ਜਿੱਥੇ ਬਹੁਤ ਵੱਡੇ ਫਾਰਮਸ ਹੁੰਦੇ ਆ ਕਿ ਬਹੁਤ ਜ਼ਿਆਦਾ ਕਿੱਲੇ ਹੈਗੇ ਆ। ਠੀਕ ਆ, 100 200 ਕਿੱਲਾ ਇਕੱਠਾ ਸਪਰੇਅ ਕਰਨਾ ਤਾਂ ਉਹ ਐਵੇਂ ਨਹੀਂ ਕਰਦੇ ਸਪਰੇਆਂ ਨਾਲ, ਤਾਂ ਉਹ ਜਿਹੜੀਆਂ ਹੈਲੀਕਾਪਟਰ ਸਪਰੇਅ ਵਗੈਰਾ ਕਰ ਦਿੰਦੇ ਆ। ਤਾਂ ਹੈਲੀਕਾਪਟਰ ਦੇ ਵਿੱਚ ਪੂਰੀ ਸਪਰੇਅ ਮਟੀਰੀਅਲ ਪਾ ਕੇ ਉੱਥੋਂ ਪੂਰੀ ਫੀਲਡ ਦੇ ਵਿੱਚ ਉਹ ਸਪਰੇਅ ਆਊਟ ਕਰ ਦਿੰਦੇ ਆ। ਨੈਕਸਟ ਇਹ ਲਾਸਟ ਹੈ ਕਿ ਡਾਇਰੈਕਟ ਐਪਲੀਕੇਸ਼ਨ ਟੂ ਦਾ ਸੋਇਲ। ਠੀਕ ਹੈ, ਡਾਇਰੈਕਟ ਐਪਲੀਕੇਸ਼ਨ ਕਿਵੇਂ ਕਰਨੀ ਹੈ ਸੋਇਲ, ਇਹ ਕਹਿ ਸਕਦੇ ਹਾਂ ਕਿਸੇ ਸਪੈਸ਼ਲ ਇਕਵਿਪਮੈਂਟ ਦੇ ਨਾਲ ਆਪਾਂ ਸੋਇਲ ਦੇ ਵਿੱਚ ਡਾਇਰੈਕਟਲੀ ਅਪਲਾਈ ਕਰਨਾ। ਜਿਵੇਂ ਅਨਹਾਈਡਰਸ ਅਮੋਨੀਆ ਹੋ ਗਿਆ, ਠੀਕ ਹੈ, ਨਾਈਟ੍ਰੋਜਨ ਸੋਲਿਊਸ਼ਨਸ ਹੋ ਗਏ, ਡਾਇਰੈਕਟਲੀ ਸੋਇਲ ਦੇ ਵਿੱਚ ਅਪਲਾਈ ਕਰਨਾ। ਡਾਇਰੈਕਟ ਯੂਟੀਲਾਈਜੇਸ਼ਨ ਹੋ ਜਾਂਦੀ ਹੈ ਚੀਪ ਨਾਈਟ੍ਰੋਜਨ ਸੋਰਸ ਦੀ। ਠੀਕ ਹੈ, ਪਲਾਂਟ ਇੰਜਰੀ ਵਗੈਰਾ ਜਾਂ ਵੇਸਟੇਜ ਆਫ ਅਮੋਨੀਆ ਬਹੁਤ ਘੱਟ ਹੁੰਦਾ, ਇਹਦੇ 'ਚ ਵੇਸਟੇਜ ਘੱਟ ਹੁੰਦੀ, ਇੰਜਰੀ ਵਗੈਰਾ ਨਹੀਂ ਹੁੰਦੀ। ਔਰ ਇਹ ਕੀ ਹੁੰਦਾ ਕਿ 10 ਸੈਂਟੀਮੀਟਰ ਬਿਲੋ ਦ ਸੀਡ, ਇਹ ਕਿਵੇਂ ਅਪਲਾਈ ਕਰਨਾ ਸੋਇਲ ਦੇ ਵਿੱਚ, ਸੀਡ ਹੈ ਸੀਡ ਤੋਂ 10 ਸੈਂਟੀਮੀਟਰ ਉਹਦੇ ਥੱਲੇ ਅਪਲਾਈ ਕਰਨਾ, ਅਦਰਵਾਈਜ਼ ਜਿਹੜਾ ਹੈਗਾ ਨਾਈਟ੍ਰੋਜਨ ਅਮੋਨੀਆ ਦੀ ਫੋਰਮ 'ਚ ਲੋਸਟ ਹੋ ਜਾਊਗਾ। ਠੀਕ ਹੈ, ਸੋਇਲ ਮੋਇਸਚਰ ਚਾਹੀਦਾ ਹੁੰਦਾ ਗੁੱਡ ਜਿਹੜੀ ਹੈ ਫੀਲਡ ਕਪੈਸਿਟੀ ਵਾਸਤੇ ਅਤੇ ਗੁੱਡ ਸੋਇਲ ਟਿਲਥ ਵਾਸਤੇ। ਠੀਕ ਹੈ, ਐਪਲੀਕੇਸ਼ਨ ਤੁਸੀਂ ਇਰੀਗੇਸ਼ਨ ਵਾਟਰ ਦੇ ਨਾਲ ਕਰ ਸਕਦੇ ਹੋ। ਦੇਖੋ ਇਹਦੇ ਵਿੱਚ ਕੀ ਹੁੰਦਾ ਕਿ ਐਪਲੀਕੇਸ਼ਨ ਇਰੀਗੇਸ਼ਨ ਵਾਟਰ ਦੇ ਨਾਲ ਆਪਾਂ ਪਾਣੀ ਲਾਉਣਾ, ਸਿੰਚਾਈ ਕਰਨੀ ਇਰੀਗੇਸ਼ਨ ਵਾਟਰ, ਤਾਂ ਇਹਦੇ ਵਿੱਚ ਕੁਝ ਜਿਹੜੇ ਸਟ੍ਰੇਟ ਫਰਟੀਲਾਈਜ਼ਰਸ ਹੁੰਦੇ ਆ। ਠੀਕ ਹੈ, ਸਟ੍ਰੇਟ ਹੈ ਜਾਂ ਮਿਕਸ ਜਿੱਦਾਂ ਦਾ ਮਰਜ਼ੀ ਫਰਟੀਲਾਈਜ਼ਰ ਹੈ, NPK ਹੈ, ਜਿਨ੍ਹਾਂ ਦੇ ਵਿੱਚ ਉਹ ਪਾਣੀ ਉਹਦੇ ਵਿੱਚ ਜਿਹੜੇ ਜਲਦੀ ਘੁਲ ਜਾਂਦੇ ਆ। ਠੀਕ ਹੈ, ਪਾਣੀ 'ਚ ਜਿਹੜੇ ਜਲਦੀ ਘੁਲ ਜਾਂਦੇ ਨਾ ਫੋਸਫੋਰਸ ਜਾਂ ਪੋਟਾਸ਼ ਦੇ ਫਰਟੀਲਾਈਜ਼ਰਸ, ਤੁਸੀਂ ਕੀ ਕਰਨਾ ਜਿਵੇਂ ਪਾਣੀ ਲਾਈ ਜਾਂਦੇ ਆ ਤਾਂ ਪਾਣੀ ਦੀ ਜਿਹੜਾ ਉਹ ਇਰੀਗੇਸ਼ਨ ਸਟਰੀਮ ਹੈ, ਠੀਕ ਹੈ, ਜਿਹੜੀ ਉਹ ਬਣੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਪਾਣੀ ਦੇ ਵਿੱਚ ਹੀ ਤੁਸੀਂ ਆਪਦੇ ਫਰਟੀਲਾਈਜ਼ਰ ਘੋਲ ਦੇਣੇ, ਜਿਹੜੀ ਇਰੀਗੇਸ਼ਨ ਸਟਰੀਮਸ ਹੁੰਦੀਆਂ ਬਣੀਆਂ ਹੁੰਦੀਆਂ, ਅਤੇ ਉਹਦੇ ਵਿੱਚ ਘੋਲ ਦੇਣਾ ਸਾਰਾ ਆਪਦਾ ਫਰਟੀਲਾਈਜ਼ਰ। ਉਹ ਹੌਲੀ ਜਿਵੇਂ ਪਾਣੀ ਜਾਊਗਾ ਕਰੋਪਸ ਟੂ ਉਵੇਂ ਨਾਲ ਫਰਟੀਲਾਈਜ਼ਰ ਵੀ ਚਲਾ ਜਾਊਗਾ। ਇਹ ਹੈ ਕਿ ਉਹ ਪਲਾਂਟ ਦੇ ਵਿੱਚ ਡਿਜ਼ੋਲਵ ਹੋ ਜਾਂਦੀਆਂ ਜਾ ਕੇ ਇਰੀਗੇਸ਼ਨ ਸਟਰੀਮ 'ਚ ਡਿਜ਼ੋਲਵ ਕਰ ਦੇਣਾ। ਔਰ ਇਹ ਕੀ ਤੁਹਾਡੀ ਐਪਲੀਕੇਸ਼ਨ ਕੋਸਟ ਵੀ ਘਟੂਗੀ, ਕੁਛ ਐਕਸਟਰਾ ਨਹੀਂ ਲੱਗਿਆ। ਜਿਵੇਂ ਪਾਣੀ ਜਾਊਗਾ, ਪਾਣੀ ਲਾਉਣਾ ਸੀ, ਨਾਲ ਆਪਾਂ ਫਰਟੀਲਾਈਜ਼ਰ ਵਿੱਚ ਪਾ ਤਾ, ਪਾਣੀ ਦੇ ਘੋਲਤਾ ਉਹਦੇ ਵਿੱਚ ਸਟਰੀਮ ਦੇ ਵਿੱਚ ਪਾ ਤਾ, ਨਾਲ ਤੁਰਿਆ ਜਾਊਗਾ। ਠੀਕ ਹੈ, ਯੂਟੀਲਾਈਜੇਸ਼ਨ ਆਫ ਸੋਲੂਬਲ ਫਰਟੀਲਾਈਜ਼ਰਸ। ਠੀਕ ਹੈ, ਇਹ 'ਚ ਇਹ ਕਿ ਤੁਹਾਡੀ ਕੋਸਟ ਵਗੈਰਾ ਬਚ ਜੂਗੀ, ਈਜ਼ੀਲੀ ਅਪਲਾਈ ਹੋ ਜਾਊਗਾ।
ਓਕੇ ਸਟੂਡੈਂਟਸ, ਆਈ ਹੋਪ ਤੁਹਾਨੂੰ ਬਹੁਤ ਅੱਛਾ ਲੱਗਿਆ ਹੋਊਗਾ ਲੈਕਚਰ। ਅਗਰ ਤੁਹਾਨੂੰ ਕੋਈ ਡਾਊਟ ਹੈ ਤਾਂ ਪਲੀਜ਼ ਪੁੱਛ ਸਕਦੇ ਹੋ। ਬਿਲਕੁਲ ਆਰਾਮ ਨਾਲ ਤੁਸੀਂ ਇਹ ਸੈਸ਼ਨ ਸੁਣਨਾ, ਅਗਰ ਨਹੀਂ ਹੈ ਤਾਂ ਇੱਕ ਵਾਰ 2 ਵਾਰ ਹੀ ਤੁਸੀਂ ਗੋ ਥਰੂ ਕਰ ਲੈਣਾ, ਔਰ ਜਿੰਨਾ ਤੁਸੀਂ ਗ੍ਰੈਬ ਕਰ ਸਕੋ ਕਰਨਾ, ਕੋਈ ਧੱਕਾ ਜ਼ਿਆਦਾ ਨਹੀਂ ਹੈ, ਜ਼ਿਆਦਾ ਤੁਸੀਂ ਇਹਨੂੰ ਰੱਟਣਾ ਨਹੀਂ ਹੈ, ਠੀਕ ਹੈ। ਸੋ ਸਟੂਡੈਂਟਸ, ਥੈਂਕ ਯੂ ਸੋ ਮਚ।